ਜਿਵੇਂ ਕਿ ਤੁਹਾਨੂੰ ਪਤਾ ਹੀ ਆਪਾਂ ਆਪਣੇ ਚੈਨਲ ਤੇ UGC ਨੈਟ ਪੇਪਰ 1 ਦੀ ਤਿਆਰੀ ਕਰ ਰਹੇ ਹਾਂ, ਜਿਹਦੇ ਵਿੱਚ ਆਪਾਂ ਟੀਚਿੰਗ ਐਪਟੀਟਿਊਡ ਕਰ ਲਿਆ ਸੀਗਾ। ਰਿਸਰਚ ਐਪਟੀਟਿਊਡ ਆਪਾਂ ਸਟਾਰਟ ਕੀਤਾ ਸੀ। ਰਿਸਰਚ ਐਪਟੀਟਿਊਡ ਜਿਹੜਾ ਆਪਾਂ ਹੈਂਡ ਰਿਟਨ ਨੋਟਸ ਤੋਂ ਕੀਤਾ ਸੀਗਾ, ਉਹਦੇ ਵਿੱਚ ਕੀ ਪ੍ਰੋਬਲਮ ਆ ਰਹੀ ਸੀਗੀ ਕਿ ਜਿਹੜੀ ਹੈ ਕਲੀਅਰ ਨਹੀਂ ਸੀ, ਵਿਜ਼ੀਬਿਲਿਟੀ ਨਹੀਂ ਸੀਗੀ ਪ੍ਰੋਪਰ। ਤਾਂ ਆਪਾਂ ਹੁਣ PPT ਤੋਂ ਹੀ ਦੁਬਾਰਾ ਤੋਂ ਕਰਦੇ ਹੈਗੇ ਹਾਂ। ਰਿਸਰਚ ਐਪਟੀਟਿਊਡ ਦਾ ਟੌਪਿਕ ਸਟਾਰਟ ਕਰਦੇ ਹਾਂ। ਰਿਸਰਚ ਐਪਟੀਟਿਊਡ ਦੇ ਵਿੱਚ ਪਹਿਲਾਂ ਆਪਾਂ ਓਵਰਵਿਊ ਲੈ ਲੈਂਦੇ ਹਾਂ ਕਿ ਆਪਾਂ ਕਰਨਾ ਕੀ ਹੈ ਇਹਦੇ ਵਿੱਚ। ਸਭ ਤੋਂ ਪਹਿਲਾਂ ਆਪਣੇ ਕੋਲ ਕੰਸੈਪਟ ਹੋਏਗਾ ਰਿਸਰਚ ਦਾ, ਕਿ ਮੀਨਿੰਗ ਹੋਏਗਾ। ਉਸ ਤੋਂ ਬਾਅਦ ਓਬਜੈਕਟਿਵਸ ਪੜ੍ਹਾਂਗੇ ਆਪਾਂ, ਟਾਈਪਸ ਆਫ ਰਿਸਰਚ ਪੜ੍ਹਾਂਗੇ, ਕਰੈਕਟਰਿਸਟਿਕਸ ਪੜ੍ਹਾਂਗੇ, ਅਪਰੋਚਸ, ਮੈਥਡਸ, ਟੂਲਸ ਯੂਜ਼ਡ ਫॉर ਰਿਸਰਚ ਅਤੇ ਪ੍ਰੋਸੈਸ ਆਫ ਰਿਸਰਚ, ਜਿਹਦੇ ਵਿੱਚ ਆਪਾਂ ਸਟੈਪਸ ਆਫ ਰਿਸਰਚ ਮੋਸਟ ਇੰਪੋਰਟੈਂਟ ਹੈਗਾ ਗਾ, ਉਹ ਆਪਾਂ ਪੜ੍ਹਨਾ ਹੈਗਾ। ਨੈਕਸਟ ਆਪਣੇ ਕੋਲ ਆ ਜਾਏਗਾ ਰਿਵਿਊਇੰਗ ਦਾ ਰਿਸਰਚ ਸਟਰਕਚਰ, ਆਈਡੈਂਟੀਫਾਈਂਗ ਵੇਰੀਏਬਲਸ, ਹਾਈਪੋਥੇਸਿਸ ਟੈਸਟਿੰਗ, preparation of research design, sampling, types of sampling, collection of data, analysis, interpretation, writing report, thesis, article, and then ICT the applications ਜਾਂ use in research। ਨੈਕਸਟ ਆ ਜਾਏਗਾ ਆਪਣੇ ਕੋਲ ਰਿਸਰਚ ਐਥਿਕਸ। ਥੋੜ੍ਹਾ ਜਿਹਾ ਮੈਂ ਓਵਰਵਿਊ ਦੇ ਦਿੰਦੀ ਇਹਨਾਂ ਟੌਪਿਕਸ ਦਾ, ਕਿ ਜਿਵੇਂ ਓਬਜੈਕਟਿਵਸ ਦੇ ਵਿੱਚ ਆ ਜਾਏਗਾ ਆਪਣੇ ਕੋਲ ਕਿ ਕਿਹੜੇ ਗੁੱਡ ਕੁਆਲਿਟੀਜ਼ ਜਿਹੜੀਆਂ ਕਿ ਖੂਬੀਆਂ ਹੋਣੀਆਂ ਚਾਹੀਦੀਆਂ ਇੱਕ ਰਿਸਰਚ ਦੀਆਂ। ਟਾਈਪਸ ਦੇ ਵਿੱਚ ਕਿ ਟਾਈਪਸ ਆ ਜਾਣਗੀਆਂ ਰਿਸਰਚ ਦੀਆਂ, ਕਿ ਕਿਹੜੀ ਨੇਚਰ ਉਹਦੀ, ਕੋਈ ਓਬਜੈਕਟਿਵ ਕੁਆਲੀਟੇਟਿਵ ਹੈ, ਕੁਆਂਟੀਟੇਟਿਵ ਹੈ, ਜਾਂ ਡਿਸਕ੍ਰਿਪਟਿਵ ਰਿਸਰਚ ਹੈ, ਜਾਂ ਐਕਸਪਲੋਰੇਟਰੀ ਹੈ, ਅਤੇ ਇਸ ਤਰ੍ਹਾਂ ਦੀਆਂ ਮਤਲਬ ਆਪਣੇ ਕੋਲ ਟਾਈਪਸ ਆ ਜਾਣਗੀਆਂ। ਨੈਕਸਟ ਆਪਣੇ ਕੋਲ ਹਾਈਪੋਥੇਸਿਸ ਆਪਣੇ ਕੋਲ ਕਿਸੇ ਪ੍ਰੋਬਲਮ ਦਾ ਸੋਲਿਊਸ਼ਨ ਹੁੰਦਾ, ਤਾਂ ਉਹ ਆਪਾਂ ਫਾਰਮੂਲੇਟ ਕਿਵੇਂ ਕਰਨੇ ਆ ਪ੍ਰੋਬਲਮ ਦੇ ਲਈ। ਨੈਕਸਟ ਆਪਣੀ ਸੈਂਪਲਿੰਗ ਟੈਕਨੀਕਸ ਹੋ ਜਾਣਗੀਆਂ, ਅਤੇ ਫਿਰ ਆਪਾਂ ਪੂਰਾ ਮੀਨਸ ਕਿ ਰਿਸਰਚ ਕਰਨ ਦਾ ਜਿਹੜਾ ਸ਼ੁਰੂ ਤੋਂ ਲੈ ਕੇ ਐਂਡ ਤੱਕ ਜੋ ਪ੍ਰੋਸੀਜਰ ਹੁੰਦਾ, ਜੋ ਸਟੈਪਸ ਹੁੰਦੇ, ਉਹੀ ਆਪਾਂ ਸਟੈਪ ਬਾਏ ਸਟੈਪ ਪੜ੍ਹਨੇ ਆ। ਅਤੇ ਚਲੋ ਆਪਾਂ ਪਹਿਲਾ ਟੌਪਿਕ ਹੈ ਜਿਹੜਾ ਵੈਸੇ ਆਪਾਂ ਕਰਵਾਇਆ ਹੋਇਆ ਪਿਛਲੀ ਵੀਡੀਓ ਦੇ ਵਿੱਚ, ਬਟ ਜੇ ਫਿਰ ਵੀ ਉਹਦੇ ਵਿੱਚ ਤੁਹਾਨੂੰ ਵਿਜ਼ੀਬਿਲਿਟੀ ਦੀ ਪ੍ਰੋਬਲਮ ਹੈਗੀ ਆ, ਤਾਂ ਤੁਸੀਂ ਇਹ ਜਿਹੜਾ ਹੈਗਾ ਆਪਣਾ ਲੈਕਚਰ ਦੇਖ ਸਕਦੇ ਹੋ। ਮੀਨਿੰਗ ਆਫ ਰਿਸਰਚ ਦੇ ਵਿੱਚ ਕਿ ਸਭ ਤੋਂ ਪਹਿਲਾਂ ਤਾਂ ਰਿਸਰਚ ਵਰਡ ਹੈ ਜਿਹੜਾ ਉਹ ਰੀ ਪਲੱਸ ਸਰਚ, ਦੋ ਵਰਡਸ ਤੋਂ ਮਿਲੇ। ਰੀ ਦਾ ਮੀਨਸ ਹੁੰਦਾ ਅਗੇਨ, ਅਤੇ ਸਰਚ ਮੀਨਸ ਖੋਜ ਕਰਨਾ, ਦੁਬਾਰਾ ਕਿਸੇ ਚੀਜ਼ ਦੀ ਖੋਜ ਕਰਨਾ, ਰੀਸਰਚ ਕਰਨਾ। ਤਾਂ ਕਿ ਕੋਈ ਥਿਊਰੀ ਆ ਜਾਂ ਤਾਂ ਜਿਹੜੀ ਤਾਂ ਸਰਚ ਹੁੰਦੀ ਉਹ ਹੁੰਦੀ ਕਿ ਆਪਾਂ ਕੋਈ ਨਵੀਂ ਚੀਜ਼ ਇਨਵੈਂਟ ਕੀਤੀ ਹੈ, ਕੋਈ ਨਵੀਂ ਆਪਾਂ ਥਿਊਰੀ ਦਿੱਤੀ ਹੈ। ਬਟ ਰੀਸਰਚ ਮੀਨਸ ਕਿ ਆਪਾਂ ਪ੍ਰੀਵੀਅਸ ਜਿਹੜੀਆਂ ਐਗਜ਼ਿਸਟਿੰਗ ਥਿਊਰੀਜ਼ ਆ ਉਹਨਾਂ ਦੇ ਵਿੱਚ ਕੋਈ ਮੋਡੀਫਿਕੇਸ਼ਨ ਕੀਤੀ ਆ, ਕੋਈ ਐਕਸਪਲੇਨੇਸ਼ਨ ਉਹਨੂੰ ਐਕਸਪੈਂਡ ਕੀਤਾ, ਕੁਛ ਹੋਰ ਕਿਸੇ ਉਹਦੇ ਵਿੱਚ ਪੁਆਇੰਟ ਦੀ ਕੋਈ ਆਪਾਂ ਐਕਸਟਰਾ ਐਕਸਪਲੇਨੇਸ਼ਨ ਦਿੱਤੀ ਹੈ, ਮੋਡੀਫਾਈ ਕੀਤਾ, ਜਾਂ ਫਿਰ ਆਲਰੇਡੀ ਜਿਹੜੇ ਐਗਜ਼ਿਸਟਿੰਗ ਹੈਗੇ ਨੇ ਆਪਣੇ ਰਿਜ਼ਲਟਸ ਵਗੈਰਾ ਉਹਨਾਂ ਨੂੰ ਦੁਬਾਰਾ ਰੀਇੰਟਰਪ੍ਰੇਟ ਕਰਦੇ ਹੈਗੇ ਆ। ਤਾਂ ਸਰਚ ਫॉर ਨਿਊ ਫੈਕਟਸ ਔਰ ਮੋਡੀਫਾਈ ਓਲਡਰ ਵਨ, ਜਾਂ ਕੋਈ ਨਵੇਂ ਫੈਕਟ ਕੱਢਣੇ ਕਿਸੇ ਥਿਊਰੀ ਦੇ ਵਿੱਚ, ਅਤੇ ਜਾਂ ਫਿਰ ਆਪਾਂ ਜਿਹੜਾ ਪ੍ਰੀਵੀਅਸ ਜਿਹੜੇ ਆਪਣੇ ਹੈਗੇ ਨੇ ਰਿਜ਼ਲਟਸ ਉਹਨਾਂ ਨੂੰ ਮੋਡੀਫਾਈ ਕਰਨਾ। ਇੱਕ ਸਿਸਟਮੈਟਿਕ ਇਨਕੁਆਇਰੀ ਹੁੰਦੀ ਹੈ, ਇਹ ਵਰਡ ਹੈ ਜਿਹੜਾ ਉਹ ਪ੍ਰੋਪਰਲੀ ਆਪਾਂ ਧਿਆਨ ਦੇ ਵਿੱਚ ਰੱਖਣਾ ਹੈ। ਸਿਸਟਮੈਟਿਕ ਇਨਕੁਆਇਰੀ ਜਿਹੜਾ ਇਹ ਮੋਸਟ ਇੰਪੋਰਟੈਂਟ ਜਿਹੜਾ ਆਪਣਾ ਹੈਗਾ ਵਰਡ ਹੈ, ਇਹਨੂੰ ਮਤਲਬ ਕੀ ਪੁਆਇੰਟ ਜਾਂ ਕੀ ਵਰਡ ਤੁਸੀਂ ਕਹਿ ਸਕਦੇ ਹੋ ਕਿ ਰਿਸਰਚ ਕੀ ਇੱਕ ਸਿਸਟਮੈਟਿਕ ਇਨਕੁਆਇਰੀ ਹੁੰਦੀ ਹੈ। ਸਿਸਟਮ ਦੇ ਵਿੱਚ ਆਪਾਂ ਪ੍ਰੋਪਰਲੀ ਕੋਈ ਸਟੈਪਸ ਫੋਲੋ ਕਰਕੇ ਜਿਹੜੀ ਉਹ ਰਿਸਰਚ ਕਰਦੇ ਹਾਂ। ਰਿਸਰਚ ਇਜ਼ ਅ ਕੇਅਰਫੁਲ ਕੰਸੀਡਰੇਸ਼ਨ ਆਫ ਸਟੱਡੀ ਰਿਗਾਰਡਿੰਗ ਅ ਪਰਟੀਕੂਲਰ ਕੰਸਰਨ ਔਰ ਅ ਪ੍ਰੋਬਲਮ ਯੂਜ਼ਿੰਗ ਸਾਇੰਟੀਫਿਕ ਮੈਥਡਸ। ਕੀ ਹੈ ਰਿਸਰਚ? ਆਪਾਂ ਕਿਸੇ ਪਰਟੀਕੂਲਰ ਪ੍ਰੋਬਲਮ ਨੂੰ ਸੋਲਵ ਕਰਨ ਲਈ ਆਪਾਂ ਜਿਹੜੀ ਉਹ ਰਿਸਰਚ ਕਰਦੇ ਹਾਂ। ਕੇਅਰਫੁਲ ਕੰਸੀਡਰੇਸ਼ਨ ਹੁੰਦੀ ਹੈ ਕਿ ਧਿਆਨ ਦੇ ਨਾਲ ਪ੍ਰੋਪਰਲੀ ਸਿਸਟਮੈਟਿਕ ਤਰੀਕੇ ਦੇ ਨਾਲ ਆਪਾਂ ਕਿਸੇ ਪਰਟੀਕੂਲਰ ਕੰਸਰਨ ਜਾਂ ਕਿਸੇ ਪ੍ਰੋਬਲਮ ਦਾ ਸੋਲਿਊਸ਼ਨ ਕੱਢਦੇ ਹਾਂ ਸਾਇੰਟੀਫਿਕ ਮੈਥਡਸ ਵਗੈਰਾ ਯੂਜ਼ ਕਰਕੇ। ਸਿਸਟਮੈਟਿਕ ਐਫਰਟ ਟੂ ਗੇਨ ਨਿਊ ਨੌਲੇਜ, ਜਾਂ ਆਪਾਂ ਕਹਿ ਸਕਦੇ ਹਾਂ ਕਿ ਨਵੀਂ ਨੌਲੇਜ ਆਪਾਂ ਜੇ ਗੇਨ ਕਰਨੀ ਹੈ, ਜਾਂ ਆਪਾਂ ਨਵੀਂ ਨੌਲੇਜ ਕੋਈ ਪੁਰਾਣੀ ਨੌਲੇਜ ਦੇ ਵਿੱਚ ਕੋਈ ਮੋਡੀਫਿਕੇਸ਼ਨ ਕਰਨੀ ਆ, ਤਾਂ ਸਿਸਟਮੈਟਿਕ ਤਰੀਕੇ ਦੇ ਨਾਲ ਕੀਤਾ ਹੋਇਆ ਇੱਕ ਐਫਰਟ ਹੁੰਦਾ। A process of steps used to collect and analyze information to increase our understanding of the topic or an issue। ਕੀ ਆ ਕਿ ਪ੍ਰੋਸੈਸ ਆਫ ਸਟੈਪਸ ਯੂਜ਼ਡ, ਡਾਟਾ ਕਲੈਕਟ ਕੀਤਾ, ਐਨਾਲਾਈਜ਼ ਕੀਤਾ, ਅਤੇ ਜਿਹੜੀ ਆਪਣੀ ਆਲਰੇਡੀ ਐਗਜ਼ਿਸਟਿੰਗ ਨੌਲੇਜ ਹੈ ਜਾਂ ਅੰਡਰਸਟੈਂਡਿੰਗ ਉਹਦੇ ਵਿੱਚ ਆਪਾਂ ਵਾਧਾ ਕਰਦੇ ਹੈਗੇ ਹਾਂ ਆਪਣੇ ਸਿਸਟਮੈਟਿਕ ਤਰੀਕੇ ਦੇ ਨਾਲ। ਨੈਕਸਟ ਟੌਪਿਕ ਆਪਣੇ ਕੋਲ ਹੈਗਾ ਓਬਜੈਕਟਿਵਸ ਆਫ ਰਿਸਰਚ।
ਓਬਜੈਕਟਿਵਸ ਦੇ ਬੇਸ 'ਤੇ ਆਪਾਂ ਕਹਿ ਸਕਦੇ ਹਾਂ ਕਿ ਆਪਾਂ ਜਿਵੇਂ ਥਿਓਰੈਟੀਕਲ ਓਬਜੈਕਟਿਵ ਹੋ ਗਿਆ, ਫੈਕਚੁਅਲ ਓਬਜੈਕਟਿਵ, ਕਿ ਕੀ ਓਬਜੈਕਟਿਵ ਕੀ ਆ, ਉਦੇਸ਼ ਕੀ ਆ ਆਪਣੇ ਰਿਸਰਚ ਨੂੰ ਕਰਨ ਦਾ। ਵੱਖ ਵੱਖਰੇ ਉਦੇਸ਼ ਹੋ ਸਕਦੇ ਨੇ ਕਿ ਜੇ ਆਪਾਂ ਥਿਓਰੈਟੀਕਲ ਓਬਜੈਕਟਿਵ ਕਹੀਏ ਤਾਂ ਥਿਓਰੈਟੀਕਲ ਮੀਨਸ ਕੋਈ ਥਿਊਰੀ ਬਣਾਉਣ ਵਾਸਤੇ, ਫਾਰਮੂਲੇਸ਼ਨ ਆਫ ਨਿਊ ਥਿਊਰੀ। ਜੇ ਆਪਾਂ ਨਿਊ ਥਿਊਰੀ ਬਣਾਉਣ ਵਾਸਤੇ ਆਪਾਂ ਰਿਸਰਚ ਕਰ ਰਹੇ ਹਾਂ ਤਾਂ ਦਿਸ ਮੀਨਸ ਆਪਣਾ ਥਿਓਰੈਟੀਕਲ ਓਬਜੈਕਟਿਵ ਹੈਗਾ। ਫੈਕਚੁਅਲ ਓਬਜੈਕਟਿਵ, ਜੇ ਆਪਾਂ ਕੋਈ ਫਾਈਂਡਿੰਗਸ, ਕੋਈ ਨਵੇਂ ਫੈਕਟਸ ਫਾਈਂਡ ਕਰਨੇ ਚਾਹੁੰਦੇ ਹਾਂ ਤਾਂ ਉਹ ਆਪਣਾ ਫੈਕਚੁਅਲ ਓਬਜੈਕਟਿਵ ਹੋਊਗਾ ਕਿ ਉਹਦੇ 'ਚ ਆਪਣਾ ਉਦੇਸ਼ ਕੀ ਹੋਊਗਾ ਕਿ ਨਵੇਂ ਆਪਾਂ ਕੋਈ ਨਿਊ ਫੈਕਟ ਜਿਹੜਾ ਉਹ ਫਾਈਂਡ ਕਰ ਰਹੇ ਹਾਂ। ਐਪਲੀਕੇਸ਼ਨ ਓਬਜੈਕਟਿਵ, ਐਪਲੀਕੇਸ਼ਨ ਹੁੰਦਾ ਯੂਜ਼ ਕਿਸੇ ਚੀਜ਼ ਦਾ। ਜਦੋਂ ਆਪਾਂ ਕਿਸੇ ਐਗਜ਼ਿਸਟਿੰਗ ਪ੍ਰੋਬਲਮ ਨੂੰ ਸੋਲਵ ਕਰਨ ਦੇ ਲਈ ਕੋਈ ਰਿਸਰਚ ਕਰਦੇ ਹਾਂ ਤਾਂ ਉਹ ਆਪਣਾ ਐਪਲੀਕੇਸ਼ਨ ਬੇਸਡ ਜਿਹੜਾ ਓਬਜੈਕਟਿਵ ਹੋਊਗਾ ਕਿ ਯੂਜ਼ ਆਫ ਥਿਊਰੀਜ਼ ਨੂੰ ਯੂਜ਼ ਕਰਕੇ ਆਪਾਂ ਕਿਸੇ ਜਿਹੜੀ ਐਗਜ਼ਿਸਟਿੰਗ ਪ੍ਰੋਬਲਮ ਹੈ ਉਹਨੂੰ ਸੋਲਿਊਸ਼ਨ ਕਰਨ ਦੇ ਲਈ, ਉਹਦੇ ਲਈ ਆਪਾਂ ਰਿਸਰਚ ਕਰਦੇ ਹਾਂ ਤਾਂ ਉਹਨੂੰ ਆਪਾਂ ਕਹਿੰਦੇ ਹਾਂ ਐਪਲੀਕੇਸ਼ਨ ਓਬਜੈਕਟਿਵ। ਵੇਰੀਏਬਲ ਓਬਜੈਕਟਿਵ ਔਨ ਦ ਬੇਸਿਸ ਆਫ ਫਿਲਾਸਫੀ, ਕਿ ਫਿਲਾਸਫੀਕਲ ਜਿਵੇਂ ਆਪਾਂ ਕਹਿੰਦੇ ਹਾਂ ਕਿ ਦੋ ਵੇਰੀਏਬਲਸ ਦਾ ਕੋਈ ਰਿਲੇਸ਼ਨ ਦੱਸਣਾ ਜਾਂ ਕੁਛ ਇੱਦਾਂ ਦੀਆਂ ਚੀਜ਼ਾਂ ਜਦੋਂ ਆਪਾਂ ਕਰਦੇ ਹਾਂ ਤਾਂ ਉਹਨੂੰ ਆਪਾਂ ਕਹਿੰਦੇ ਹਾਂ ਵੇਰੀਏਬਲ ਓਬਜੈਕਟਿਵ। ਪ੍ਰੈਕਟੀਕਲ ਓਬਜੈਕਟਿਵ, ਪ੍ਰੈਕਟੀਕਲ ਓਬਜੈਕਟਿਵ ਮੀਨਸ ਐਪਲੀਕੇਸ਼ਨ ਦੀ ਤਰ੍ਹਾਂ ਹੀ ਹੁੰਦਾ ਕਿ ਆਪਾਂ ਜਦੋਂ ਕਿਸੇ ਸਪੈਸੀਫਿਕ ਪਰਪਸ ਦੇ ਲਈ ਰਿਸਰਚ ਕਰਦੇ ਹਾਂ, ਔਨ ਸਪੈਸੀਫਿਕ ਪਰਪਸ, ਪ੍ਰੈਕਟੀਕਲ ਪਰਪਸ ਦੇ ਨਾਲ ਜੋ ਵੀ ਆਪਾਂ ਰਿਸਰਚ ਕਰਨੀ ਮੀਨਸ ਉਹਦਾ ਪ੍ਰੈਕਟੀਕਲੀ ਆਪਾਂ ਯੂਜ਼ ਕਰਨਾ ਤਾਂ ਉਹਨੂੰ ਆਪਾਂ ਕਹਿੰਦੇ ਹਾਂ ਪ੍ਰੈਕਟੀਕਲ ਓਬਜੈਕਟਿਵ। ਤਾਂ ਓਬਜੈਕਟਿਵ ਬੇਸ 'ਤੇ ਆਪਾਂ ਥਿਓਰੈਟੀਕਲ ਓਬਜੈਕਟਿਵ, ਫੈਕਚੁਅਲ ਓਬਜੈਕਟਿਵ, ਐਪਲੀਕੇਸ਼ਨ ਓਬਜੈਕਟਿਵ, ਵੇਰੀਏਬਲ ਓਬਜੈਕਟਿਵ ਐਂਡ ਪ੍ਰੈਕਟੀਕਲ ਓਬਜੈਕਟਿਵ। ਓਬਜੈਕਟਿਵਸ ਨੂੰ ਆਪਾਂ ਇਹਨਾਂ ਬੇਸਿਸ 'ਤੇ ਕਲਾਸੀਫਾਈ ਕਰ ਸਕਦੇ ਹਾਂ। ਨੈਕਸਟ ਆਪਣੇ ਕੋਲੇ ਟਾਈਪਸ ਹੈਗੀਆਂ ਨੇ ਰਿਸਰਚ ਦੀਆਂ। ਟਾਈਪਸ ਆਫ ਰਿਸਰਚ ਦੇ ਵਿੱਚ ਆ ਜਾਂਦੀਆਂ ਨੇ ਆਪਣੇ ਕੋਲੇ ਕਿ ਕਿਹਦੇ ਬੇਸ 'ਤੇ ਆਪਾਂ ਕਲਾਸੀਫਿਕੇਸ਼ਨ ਕਰ ਸਕਦੇ ਹਾਂ। ਜੇ ਇਹ ਪਿਕਚਰ ਤੁਹਾਨੂੰ ਇੰਨੀ ਪ੍ਰੋਪਰਲੀ ਕਲੀਅਰ ਨਹੀਂ ਹੋਊਗੀ ਤਾਂ ਅੱਗੇ ਆਪਾਂ ਇਹਨਾਂ ਨੂੰ 1 ਬਾਏ 1 ਜਿਹੜਾ ਪੇਜ ਦੇ ਉੱਪਰ ਡਿਸਕ੍ਰਾਈਬ ਵੀ ਕੀਤਾ ਹੋਇਆ। ਟਾਈਪਸ ਆਫ ਰਿਸਰਚ ਦੇ ਵਿੱਚ ਜਿਵੇਂ ਓਬਜੈਕਟਿਵ ਬੇਸਡ ਹੋ ਗਿਆ, ਐਪਲੀਕੇਸ਼ਨ ਬੇਸਡ ਡਿਵੀਜ਼ਨ ਹੋ ਗਈ, ਲੌਜਿਕ ਬੇਸਡ ਡਿਵੀਜ਼ਨ ਹੋ ਗਈ, ਫਾਰਮੂਲੇਸ਼ਨ ਜਾਂ ਫਾਰਮੇਸ਼ਨ ਬੇਸਡ ਹੋ ਗਈ, ਕੰਸੈਪਟ ਬੇਸਡ ਹੋ ਗਿਆ, ਪ੍ਰੋਸੈਸ ਬੇਸਡ ਹੋ ਗਿਆ ਅਤੇ ਨੇਚਰ ਬੇਸਡ, ਕਿ ਅਲੱਗ-ਅਲੱਗ ਕਲਾਸੀਫਿਕੇਸ਼ਨ ਆਪਾਂ ਨੂੰ ਦਿੱਤੀ ਹੋਈ ਹੈ ਰਿਸਰਚ ਦੀਆਂ ਟਾਈਪਸ ਦੀ। ਜੇ ਆਪਾਂ ਓਬਜੈਕਟਿਵ ਬੇਸ 'ਤੇ ਗੱਲ ਕਰੀਏ ਤਾਂ ਓਬਜੈਕਟਿਵ ਆਪਣਾ ਕਿਹੜਾ ਹੋ ਸਕਦਾ ਹੈ ਕਿ ਡਿਸਕ੍ਰਿਪਟਿਵ ਹੋ ਸਕਦੀ ਹੈ ਰਿਸਰਚ, ਕੋਰਿਲੇਸ਼ਨਲ ਹੋ ਸਕਦੀ ਹੈ। ਡਿਸਕ੍ਰਿਪਟਿਵ ਦੇ ਵਿੱਚ ਜਿਵੇਂ ਆਪਾਂ ਕਿਸੇ ਨੂੰ ਡਿਸਕ੍ਰਾਈਬ ਕਰਨਾ ਕਿਸੇ ਚੀਜ਼ ਨੂੰ ਨਾ, ਤਾਂ ਕੋਰਿਲੇਸ਼ਨ ਦੇ ਵਿੱਚ ਆਪਾਂ ਦੋ ਵੇਰੀਏਬਲਸ ਦੇ ਵਿੱਚ ਜਾਂ ਦੋ ਤੋਂ ਜ਼ਿਆਦਾ ਵੇਰੀਏਬਲਸ ਦੇ ਵਿੱਚ ਆਪਾਂ ਕੋਰਿਲੇਸ਼ਨ ਦੱਸਣਾ ਕਿ ਇੱਕ ਦੇ ਵਧਣ ਨਾਲ ਦੂਜਾ ਕਿਸ ਤਰ੍ਹਾਂ ਇਫੈਕਟ ਹੁੰਦਾ ਜਾਂ ਇੱਕ ਦੇ ਘਟਣ ਨਾਲ ਦੂਸਰਾ ਕਿਸ ਤਰ੍ਹਾਂ ਇਫੈਕਟ ਹੁੰਦਾ। ਐਕਸਪਲੈਨੇਟਰੀ ਰਿਸਰਚ ਹੋ ਸਕਦੀ ਹੈ। ਐਕਸਪਲੈਨੇਟਰੀ ਦੇ ਵਿੱਚ ਆਪਾਂ ਐਕਸਪਲੇਨ ਕਰਦੇ ਹਾਂ ਕਿਸੇ ਥਿਊਰੀ ਨੂੰ ਜਾਂ ਕਿਸੇ ਐਗਜ਼ਿਸਟਿੰਗ ਫਿਨੋਮੀਨਾ ਨੂੰ। ਐਕਸਪਲੋਰੇਟਰੀ ਦੇ ਵਿੱਚ ਆਪਾਂ ਇਵੈਂਟਸ ਨੂੰ ਐਕਸਪਲੋਰ ਕਰਦੇ ਹਾਂ ਕਿ ਕਿਉਂ ਹੋ ਰਿਹਾ ਕੁਛ। ਅਤੇ ਐਕਸਪੈਰੀਮੈਂਟਲ ਰਿਸਰਚ ਆਪਾਂ 1 ਬਾਏ 1 ਇਹਨਾਂ ਨੂੰ ਪ੍ਰੋਪਰਲੀ ਡਿਸਕਸ ਕਰਾਂਗੇ। ਡਿਸਕ੍ਰਿਪਟਿਵ ਰਿਸਰਚ ਜਿਹੜੀ ਉਹ ਫਰਦਰ ਕਲਾਸੀਫਾਈ ਕੀਤੀ ਗਈ ਹੈ ਐਕਸ ਪੋਸਟ ਫੈਕਟੋ ਰਿਸਰਚ, ਹਿਸਟੋਰੀਕਲ ਰਿਸਰਚ, ਐਨਾਲੀਟੀਕਲ ਰਿਸਰਚ, ਸਰਵੇ ਰਿਸਰਚ ਅਤੇ ਕੋਰਿਲੇਸ਼ਨਲ ਸਟੱਡੀਜ਼ ਦੇ ਵਿੱਚ। ਇਸੇ ਤਰ੍ਹਾਂ ਐਪਲੀਕੇਸ਼ਨ ਬੇਸਡ ਰਿਸਰਚ ਜਿਹੜੀ ਉਹਦੇ ਵਿੱਚ ਆਪਣੇ ਕੋਲ ਅਪਲਾਈਡ ਅਤੇ ਪਿਓਰ ਜਾਂ ਫੰਡਾਮੈਂਟਲ ਰਿਸਰਚ, ਦੋ ਡਿਵੀਜ਼ਨ ਉਹਦੀ ਹੈਗੀਆਂ। ਨੈਕਸਟ ਲੌਜਿਕ ਬੇਸਡ ਦੇ ਵਿੱਚ ਡਿਡਕਟਿਵ ਅਤੇ ਇੰਡਕਟਿਵ ਦੇ ਤੌਰ 'ਤੇ ਇਹਨੂੰ ਵੰਡਿਆ ਗਿਆ। ਫਾਰਮੇਸ਼ਨ ਦੇ ਬੇਸ 'ਤੇ ਅਨਸਟਰਕਚਰਡ ਅਤੇ ਸਟਰਕਚਰਡ ਰਿਸਰਚ ਹੈ। ਕੰਸੈਪਟ ਦੇ ਬੇਸ 'ਤੇ ਕੰਸੈਪਚੁਅਲ ਅਤੇ ਐਮਪੀਰੀਕਲ, ਅਤੇ ਪ੍ਰੋਸੈਸ ਦੇ ਬੇਸ 'ਤੇ ਕੁਆਲੀਟੇਟਿਵ, ਕੁਆਂਟੀਟੇਟਿਵ ਅਤੇ ਮਿਕਸਡ ਰਿਸਰਚ ਹੈ। ਇਸੇ ਤਰ੍ਹਾਂ ਹੀ ਨੇਚਰ ਬੇਸਡ ਰਿਸਰਚ ਹੈ ਜਿਹੜੀ ਉਹ ਇੰਟਰਡਿਸਿਪਲਿਨਰੀ ਅਤੇ ਮਲਟੀ ਡਿਸਿਪਲਿਨਰੀ ਰਿਸਰਚ ਦੇ ਵਿੱਚ ਇਹਨਾਂ ਨੂੰ ਵੰਡਿਆ ਗਿਆ ਹੈਗਾ ਟਾਈਪਸ ਨੂੰ। ਤਾਂ 1 ਬਾਏ 1 ਆਪਾਂ ਸਾਰੀਆਂ ਟਾਈਪਸ ਇਹਦੀਆਂ ਜਿਹੜੀਆਂ ਡਿਸਕਸ ਕਰਾਂਗੇ। ਮੇਨਲੀ ਜਿਹੜਾ ਘੁੰਮਦਾ ਹੈਗਾ ਪੂਰਾ ਇਹ ਟਾਈਪਸ ਦਾ ਜਿਹੜਾ ਕੰਸੈਪਟ ਆ ਉਹ ਡਿਸਕ੍ਰਿਪਟਿਵ ਸਟੱਡੀ, ਕੁਆਲੀਟੇਟਿਵ ਜਾਂ ਕੁਆਂਟੀਟੇਟਿਵ, ਇਹਨਾਂ ਚੀਜ਼ਾਂ 'ਤੇ ਹੀ ਬੇਸਡ ਹੈਗੀਆਂ ਨੇ ਟਾਈਪਸ। ਆਪਾਂ ਸਾਰੀਆਂ ਡਿਸਕਸ ਕਰਦੇ ਹਾਂ 1 ਬਾਏ 1। ਤਾਂ ਟਾਈਪਸ ਆਫ ਰਿਸਰਚ ਦੇ ਵਿੱਚ ਓਬਜੈਕਟਿਵ ਬੇਸਡ ਜਿਹੜੀਆਂ ਡਿਸਕ੍ਰਿਪਟਿਵ ਰਿਸਰਚ ਸਭ ਤੋਂ ਪਹਿਲਾਂ ਸੀ ਆਪਣੇ ਕੋਲ ਕਿ ਡਿਸਕ੍ਰਾਈਬ ਕਰਨ ਵਾਸਤੇ। ਕਾਹਦੇ ਲਈ ਆਪਾਂ ਇਹ ਡਿਸਕ੍ਰਿਪਟਿਵ ਰਿਸਰਚ ਕਰਦੇ ਹਾਂ ਕਿ ਡਿਸਕ੍ਰਾਈਬ ਕਰਨਾ ਕਿਸੇ ਚੀਜ਼ ਨੂੰ, ਕਿਸੇ ਨੂੰ ਐਕਸਪਲੇਨ ਕਰਨਾ, ਕਿਸੇ ਫਿਨੋਮੀਨਾ ਨੂੰ ਆਪਾਂ ਡਿਸਕ੍ਰਾਈਬ ਕਰਦੇ ਹਾਂ। ਕੋਰਿਲੇਸ਼ਨਲ ਰਿਸਰਚ ਦੇ ਵਿੱਚ ਆਪਾਂ ਰਿਲੇਸ਼ਨਸ਼ਿਪ ਸਟੱਡੀ ਕਰਦੇ ਹਾਂ ਵੇਰੀਏਬਲਸ ਦਾ, ਕਿ ਮੰਨ ਲਓ ਇੱਕ ਵੇਰੀਏਬਲ ਆ ਉਹਦੇ ਵਧਾਉਣ ਨਾਲ ਦੂਸਰੇ ਵੇਰੀਏਬਲ 'ਤੇ ਕਿਸ ਤਰ੍ਹਾਂ ਦਾ ਇਫੈਕਟ ਹੋਊਗਾ। ਜੇ ਉਹਨੂੰ ਘਟਾਉਂਦੇ ਹਾਂ ਤਾਂ ਦੂਸਰਾ ਘਟੂਗਾ ਜਾਂ ਵਧੂਗਾ। ਤਾਂ ਪੋਜ਼ੀਟਿਵ, ਨੈਗੇਟਿਵ ਅਤੇ ਜ਼ੀਰੋ ਜਿਹੜਾ ਉਹ ਕੋਰਿਲੇਸ਼ਨ ਹੋ ਸਕਦਾ। ਜੇ ਕੋਈ ਇਫੈਕਟ ਨਹੀਂ ਹੋ ਰਿਹਾ ਇੱਕ ਵੇਰੀਏਬਲ ਦਾ ਦੂਜੇ 'ਤੇ ਤਾਂ ਮੀਨਸ ਜ਼ੀਰੋ
ਕੋਰਿਲੇਸ਼ਨ ਹੈ ਮੀਨਸ ਉਹਨਾਂ ਦਾ ਕੋਈ ਕੋਰਿਲੇਸ਼ਨ ਨਹੀਂ ਹੈਗਾ। ਜੇ ਇੱਕ ਦੇ ਵਧਣ ਨਾਲ ਦੂਸਰਾ ਘਟ ਰਿਹਾ ਜਾਂ ਇੱਕ ਦੇ ਘਟਣ ਨਾਲ ਦੂਸਰਾ ਵੱਧ ਰਿਹਾ ਤਾਂ ਆਪੋਜੀਟ ਹੈ, ਤਾਂ ਮੀਨਸ ਨੈਗੇਟਿਵ ਕੋਰਿਲੇਸ਼ਨ ਹੈ। ਜੇ ਸਿਮਿਲਰ ਰਿਲੇਸ਼ਨ ਹੈਗਾ ਕਿ ਇੱਕ ਦੇ ਵਧਣ ਨਾਲ ਦੂਜਾ ਵੱਧ ਰਿਹਾ, ਇੱਕ ਦੇ ਘਟਣ ਨਾਲ ਦੂਸਰਾ ਘਟ ਰਿਹਾ, ਤਾਂ ਉਹ ਆਪਣਾ ਪੋਜ਼ੀਟਿਵ ਕੋਰਿਲੇਸ਼ਨ ਹੁੰਦਾ। ਇੱਕ ਚੀਜ਼ ਯਾਦ ਰੱਖਣੀ ਹੈ, ਅੱਗੇ ਵੀ ਵੈਸੇ ਆਪਾਂ ਇਹਨੂੰ ਕਰਵਾਵਾਂਗੇ ਤੁਹਾਨੂੰ, ਕਿ ਕੋਰਿਲੇਸ਼ਨ ਦੀ ਜਿਹੜੀ ਵੈਲਿਊ ਉਹ -1 to 1 ਹੁੰਦੀ ਆ। -1 to 1 0 ਹੁੰਦੀ ਹੈ ਜਦੋਂ ਕੋਈ ਵੀ ਕੋਰਿਲੇਸ਼ਨ ਨਹੀਂ ਹੁੰਦਾ, ਅਤੇ ਜਿਹੜਾ ਕੋਰਿਲੇਸ਼ਨ ਆ ਉਹ ਨੈਗੇਟਿਵ ਦੇ ਵਿੱਚ -1 ਤੱਕ ਅਤੇ ਉੱਧਰੋਂ ਪੋਜ਼ੀਟਿਵ ਦੇ ਵਿੱਚ ਵੀ +1 ਤੱਕ ਜਾਂਦਾ। -1 to +1 ਆਪਾਂ ਕਹਿ ਸਕਦੇ ਹਾਂ। ਜਦੋਂ ਪੂਰਾ ਪ੍ਰੋਪਰ ਕੋਰਿਲੇਸ਼ਨ ਹੁੰਦਾ ਉਦੋਂ ਉਹਦੀ ਵੈਲਿਊ 1 ਹੁੰਦੀ ਹੈ। 1 ਤੋਂ ਜ਼ਿਆਦਾ ਕੋਈ ਵੈਲਿਊ ਜਿਹੜੀ ਉਹ ਕੋਰਿਲੇਸ਼ਨ ਦੀ ਨਹੀਂ ਹੁੰਦੀ। ਨੈਗੇਟਿਵ ਦੇ ਵਿੱਚ ਵੀ -1 ਜਿਹੜੀ ਐਕਸਟ੍ਰੀਮ ਐਂਡ ਹੁੰਦਾ, -1 to 1 ਦੇ ਵਿੱਚ ਜਿਹੜੀ ਕੋਰਿਲੇਸ਼ਨ ਦੀ ਉਹ ਵੈਲਿਊ ਰਹਿੰਦੀ ਹੈ। ਇਹ ਚੀਜ਼ ਬਹੁਤ ਚੰਗੀ ਤਰ੍ਹਾਂ ਧਿਆਨ ਦੇ ਵਿੱਚ ਰੱਖਣੀ ਹੈਗੀ ਆ। ਐਕਸਪਲੋਰੇਟਰੀ ਰਿਸਰਚ ਦੇ ਵਿੱਚ ਕੀ ਕਰਦੇ ਆਪਾਂ, ਐਕਸਪਲੇਨ ਕਰਨ ਦੇ ਲਈ, ਟੂ ਟੈਸਟ ਵਾਈ ਸਰਟਨ ਇਵੈਂਟਸ ਅਕਰ, ਐਕਸਪਲੇਨ ਕਰਦੇ ਹਾਂ ਥਿਊਰੀਜ਼ ਨੂੰ। ਮੀਨਸ ਆਪਾਂ ਕਿ ਕਿਉਂ ਹੋਇਆ, ਕਿ ਕੋਈ ਚੀਜ਼ ਕੀ ਆ, ਕਿਉਂ ਕਾਰਨ ਕੀ ਨੇ ਇਹਦੇ, ਇਸ ਤਰ੍ਹਾਂ ਕਰਕੇ ਆਪਾਂ ਥਿਊਰੀਜ਼ ਨੂੰ ਐਕਸਪਲੇਨ ਕਰਦੇ ਹਾਂ। ਐਕਸਪਲੋਰੇਟਰੀ ਐਕਸਪਲੋਰ ਕਰਨਾ ਮੀਨਸ ਕਿ ਕੋਈ ਫਿਨੋਮੀਨਾ, ਵਟ, ਵਾਈ, ਹਾਊ, ਇਹਦੇ ਆਨਸਰ ਦੇਣੇ। ਵੈਨ ਪ੍ਰੋਬਲਮਸ ਹੈਵ ਨੋਟ ਬੀਨ ਕਲੀਅਰਲੀ ਡਿਫਾਈਨਡ ਆਨਸਰ, ਜਦੋਂ ਪ੍ਰੋਬਲਮਸ ਦੇ ਕਲੀਅਰਲੀ ਡਿਫਾਈਨਡ ਆਨਸਰਸ ਨਹੀਂ ਹੁੰਦੇ ਤਾਂ ਮੀਨਸ ਆਪਾਂ ਉਹਨਾਂ ਨੂੰ ਐਕਸਪਲੋਰ ਕਰਦੇ ਹਾਂ, ਹੋਰ ਸਟੱਡੀ ਕਰਦੇ ਹਾਂ। ਹੋਰ ਸਟੱਡੀ ਕਰਕੇ ਉਹਨਾਂ ਦੇ ਵਟ, ਵਾਈ, ਹਾਊ ਦੇ ਆਨਸਰ ਆਪਾਂ ਕੱਢਦੇ ਹਾਂ, ਤਾਂ ਉਹਨੂੰ ਆਪਾਂ ਕਹਿੰਦੇ ਹਾਂ ਐਕਸਪਲੋਰੇਟਰੀ ਰਿਸਰਚ। ਐਕਸਪੈਰੀਮੈਂਟਲ ਆਪਾਂ ਕਹਿੰਦੇ ਨਾ ਕਿਸੇ ਚੀਜ਼ ਦਾ ਐਕਸਪੈਰੀਮੈਂਟ ਕਰਕੇ ਦੇਖਦੇ ਹਾਂ ਆਪਾਂ। ਐਕਸਪੈਰੀਮੈਂਟ ਕੀ ਹੁੰਦਾ ਕਿ ਆਪਾਂ ਟੈਸਟ ਕਰਕੇ ਦੇਖਣਾ ਕੁਛ ਚੀਜ਼, ਕਿ ਜਿਵੇਂ ਕਿਸੇ ਵੇਰੀਏਬਲ ਨੂੰ ਕੰਟਰੋਲ ਕਰਕੇ ਆਪਾਂ ਦੂਜਿਆਂ 'ਤੇ ਉਹਦਾ ਇਫੈਕਟ ਦੇਖਣਾ, ਜਾਂ ਮੈਨੂਪਲੇਟ ਕਰਕੇ ਕੰਡੀਸ਼ਨਸ ਨੂੰ, ਸਿਚੁਏਸ਼ਨਸ ਨੂੰ ਮੈਨੂਪਲੇਟ ਕਰਕੇ ਆਪਾਂ ਉਹਨਾਂ ਦਾ ਇਫੈਕਟ ਦੇਖਦੇ ਹਾਂ। ਤਾਂ ਇਸ ਤਰ੍ਹਾਂ ਦੀ ਮਤਲਬ ਰਿਸਰਚ ਹੁੰਦੀ ਹੈ ਜਿਹੜੀ, ਜਿਹਦੇ ਵਿੱਚ ਆਪਾਂ ਮੈਨੂਪਲੇਟ ਕਰਦੇ ਹਾਂ, ਵੇਰੀਏਬਲਸ ਨੂੰ ਕੰਟਰੋਲ ਕਰਦੇ ਹਾਂ ਅਤੇ ਚੇਂਜਸ ਦੇਖਦੇ ਹਾਂ ਕਿਸੇ ਹੋਰ ਵੇਰੀਏਬਲਸ ਦੇ ਵਿੱਚ, ਤਾਂ ਉਹ ਆਪਣੀ ਹੁੰਦੀ ਹੈ ਐਕਸਪੈਰੀਮੈਂਟਲ ਰਿਸਰਚ। ਨੈਕਸਟ ਹੈ ਆਪਣੇ ਕੋਲ ਡਿਸਕ੍ਰਿਪਟਿਵ ਰਿਸਰਚ। ਡਿਸਕ੍ਰਿਪਟਿਵ ਰਿਸਰਚ ਦੇ ਵਿੱਚ ਸਭ ਤੋਂ ਪਹਿਲਾਂ ਆਉਂਦਾ ਆਪਣੇ ਕੋਲ ਐਕਸ ਪੋਸਟ ਫੈਕਟੋ ਰਿਸਰਚ। ਐਕਸ ਪੋਸਟ ਫੈਕਟੋ ਰਿਸਰਚ ਕੀ ਹੁੰਦੀ ਹੈ, ਵੈਸੇ ਤਾਂ ਐਕਸ ਪੋਸਟ ਦਾ ਮਤਲਬ ਹੁੰਦਾ ਇਵੈਂਟ ਤੋਂ ਬਾਅਦ। ਸਿਸਟਮੈਟਿਕ ਐਮਪੀਰੀਕਲ ਇਨਕੁਆਇਰੀ ਹੈਗੀ, ਐਕਸਪੈਰੀਮੈਂਟਲ ਇਨਕੁਆਇਰੀ ਹੈ। ਕੋਈ ਕਿਸੇ ਚੀਜ਼ ਨੂੰ ਤੁਸੀਂ ਕੋਈ ਐਕਸਪੈਰੀਮੈਂਟ ਲਾਇਆ, ਕੋਈ ਵੀ ਇਫੈਕਟ ਦੇਖਿਆ, ਉਹਦਾ ਬਾਅਦ ਵਿੱਚ ਦੇਖਣਾ ਕਿ ਕੋਈ ਤੁਸੀਂ ਸਿਚੁਏਸ਼ਨ ਚੇਂਜ ਕੀਤੀ ਹੈ, ਉਹਦਾ ਬਾਅਦ 'ਚ ਤੁਸੀਂ ਇਫੈਕਟ ਦੇਖਣਾ, ਐਕਸ ਪੋਸਟ ਫੈਕਟੋ। ਨੈਕਸਟ ਹੈ ਆਪਣੇ ਕੋਲ ਹਿਸਟੋਰੀਕਲ। ਹਿਸਟੋਰੀਕਲ ਦੇ ਵਿੱਚ ਹਿਸਟਰੀ ਕੀ ਹੁੰਦੀ ਆ, ਪਾਸਟ ਇਵੈਂਟਸ। ਤਾਂ ਪਾਸਟ ਇਵੈਂਟਸ ਦੀ ਜਦੋਂ ਆਪਾਂ ਕ੍ਰਿਟੀਕਲ ਸਟੱਡੀ ਕਰਦੇ ਹਾਂ, ਇਨਕੁਆਇਰੀ ਕਰਦੇ ਹਾਂ ਕਿ ਕਿਉਂ ਹੋਇਆ ਸੀ ਪਾਸਟ ਦੇ ਵਿੱਚ ਇਹ ਚੀਜ਼। ਪਾਸਟ ਸਟੱਡੀ ਆਪਾਂ ਕਿਉਂ ਕਰਦੇ ਹਾਂ, ਕਿਉਂਕਿ ਪਾਸਟ ਦਾ ਜਿਹੜਾ ਫਿਊਚਰ 'ਤੇ ਪ੍ਰੈਜੈਂਟ 'ਤੇ ਅਸਰ ਦੇਖਣ ਨੂੰ ਮਿਲਦਾ। ਆਪਾਂ ਹਿਸਟੋਰੀਕਲ ਸਟੱਡੀ ਕਰਦੇ ਹਾਂ, ਹਿਸਟੋਰੀਕਲ ਰਿਸਰਚ ਕਰਦੇ ਹਾਂ ਕਿ ਇਹ ਦੇਖਣ ਲਈ ਕਿ ਇਸ ਪਾਸਟ ਇਵੈਂਟ ਦਾ ਪ੍ਰੈਜੈਂਟ ਲਾਈਫ 'ਤੇ ਜਾਂ ਪ੍ਰੈਜੈਂਟ ਸਿਚੁਏਸ਼ਨਸ 'ਤੇ ਕੀ ਇਫੈਕਟ ਹੈਗਾ, ਜਾਂ ਫਿਊਚਰ ਨੂੰ ਇਹ ਕਿਵੇਂ ਐਂਟੀਸਪੇਟ ਕਰ ਸਕਦਾ, ਫਿਊਚਰ ਨੂੰ ਕਿਵੇਂ ਇਫੈਕਟ ਕਰ ਸਕਦੀ ਹੈ ਇਹ ਚੀਜ਼। ਇਸ ਲਈ ਆਪਾਂ ਹਿਸਟੋਰੀਕਲ ਰਿਸਰਚ ਕਰਦੇ ਹਾਂ, ਪ੍ਰੋਪਰਲੀ ਜਿਹੜੇ ਹਿਸਟਰੀ ਦੇ ਵਿੱਚ ਜੋ ਵੀ ਇਵੈਂਟਸ ਪਾਸਟ ਦੇ ਵਿੱਚ ਹੋਏ ਹੁੰਦੇ ਆ ਉਹਨਾਂ ਨੂੰ ਆਪਾਂ ਪ੍ਰੋਪਰਲੀ ਸਟੱਡੀ ਕਰਦੇ ਹਾਂ। ਨੈਕਸਟ ਹੈ ਆਪਣੇ ਕੋਲ ਐਨਾਲੀਟੀਕਲ ਰਿਸਰਚ। ਐਨਾਲੀਟੀਕਲ ਐਨਾਲਿਸਿਸ ਕਰਨਾ, ਕੋਈ ਕਾਜ਼ ਐਂਡ ਇਫੈਕਟ ਦਾ ਰਿਲੇਸ਼ਨਸ਼ਿਪ, ਕਿ ਕਿਸੇ ਚੀਜ਼ ਦਾ ਕੀ ਕਾਰਨ ਹੋ ਸਕਦਾ, ਉਹਦਾ ਕਿਸੇ ਚੀਜ਼ 'ਤੇ ਕੀ ਇਫੈਕਟ ਹੋ ਸਕਦਾ। ਕਾਜ਼ ਐਂਡ ਇਫੈਕਟ ਰਿਲੇਸ਼ਨਸ਼ਿਪ ਜਦੋਂ ਆਪਾਂ ਸਟੱਡੀ ਕਰਦੇ ਹਾਂ, ਐਨਾਲਿਸਿਸ ਕਰਦੇ ਹਾਂ, ਤਾਂ ਉਹਨੂੰ ਆਪਾਂ ਕਹਿੰਦੇ ਹਾਂ ਐਨਾਲੀਟੀਕਲ ਰਿਸਰਚ। ਉਸ ਤੋਂ ਬਿਨਾਂ ਹੋ ਸਕਦੀਆਂ ਨੇ ਸਰਵੇ ਸਟੱਡੀਜ਼। ਸਰਵੇ ਜਿਵੇਂ ਲਾਰਜ ਸਕੇਲ 'ਤੇ ਆਪਾਂ ਕਰਦੇ ਹੈਗੇ ਹਾਂ, ਗੌਰਮੈਂਟ ਜ਼ਿਆਦਾਤਰ ਸਰਵੇ ਕਰਵਾਉਂਦੀ ਹੈ, ਕੋਈ ਪਾਪੂਲੇਸ਼ਨ ਦਾ ਸਰਵੇ ਹੋ ਗਿਆ, ਅਤੇ ਜਦੋਂ ਲਾਰਜ ਨੰਬਰ ਆਫ ਪੀਪਲ ਤੋਂ ਆਪਾਂ ਕੁਐਸ਼ਨਿੰਗ ਕਰਦੇ ਹਾਂ ਉਹਨੂੰ ਆਪਾਂ ਕਹਿੰਦੇ ਹਾਂ ਸਰਵੇ। ਜਾਂ ਕੰਪਨੀਜ਼ ਵਗੈਰਾ ਕਰਵਾਉਂਦੀਆਂ ਨੇ ਆਪਣੇ ਪ੍ਰੋਡਕਟਸ ਦੀ ਡਿਮਾਂਡ ਵਗੈਰਾ ਦੇਖਣ ਦੇ ਲਈ, ਤਾਂ ਉਹਨਾਂ ਨੂੰ ਆਪਾਂ ਕਹਿੰਦੇ ਹਾਂ ਸਰਵੇ ਸਟੱਡੀਜ਼। ਕੋਰਿਲੇਸ਼ਨਲ ਸਟੱਡੀਜ਼, ਜਿਵੇਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਤਾ ਕਿ ਕੋਰਿਲੇਸ਼ਨ ਦੇਖਣਾ ਇੱਕ ਵੇਰੀਏਬਲ ਦਾ ਦੂਜੇ ਵੇਰੀਏਬਲ ਦੇ ਨਾਲ ਕੀ ਜਿਹੜਾ ਇਫੈਕਟ ਹੋ ਸਕਦਾ, ਕਿਵੇਂ ਵੇਰੀ ਕਰੇਗਾ, ਤਾਂ ਉਹਨਾਂ ਦਾ ਕੀ ਕੋਰਿਲੇਸ਼ਨ ਹੋਊਗਾ, ਪੋਜ਼ੀਟਿਵ, ਨੈਗੇਟਿਵ ਜਾਂ 0। ਪੋਜ਼ੀਟਿਵ ਦੇ ਵਿੱਚ ਵੈਲਿਊ 1 ਤੱਕ ਜਾ ਸਕਦੀ ਹੈ ਅਤੇ ਨੈਗੇਟਿਵ ਦੇ ਵਿੱਚ -1 ਤੱਕ ਜਾ ਸਕਦੀ ਹੈ, ਅਤੇ 0 ਜਦੋਂ ਕੋਈ ਕੋਰਿਲੇਸ਼ਨ ਨਹੀਂ ਹੁੰਦਾ। ਨੈਕਸਟ ਆਪਣੇ ਕੋਲ ਸੀਗਾ ਐਪਲੀਕੇਸ਼ਨ ਬੇਸਡ ਰਿਸਰਚ ਦੇ ਵਿੱਚ, ਜਿਵੇਂ ਆਪਾਂ ਕੀਤਾ ਸੀਗਾ ਅਪਲਾਈਡ ਰਿਸਰਚ ਅਤੇ ਪਿਓਰ। ਅਪਲਾਈਡ ਰਿਸਰਚ ਜਦੋਂ ਆਪਾਂ ਕੋਈ ਸਪੈਸੀਫਿਕ ਪ੍ਰੋਬਲਮ ਨੂੰ ਸੋਲਵ ਕਰਨ ਦੇ ਲਈ ਅਪਲਾਈ ਕਰਨੀ ਹੁੰਦੀ ਹੈ ਰਿਸਰਚ, ਮੀਨਸ ਉਹਦਾ ਯੂਜ਼ ਕਰਨਾ ਹੁੰਦਾ ਪ੍ਰੈਕਟੀਕਲੀ, ਤਾਂ ਉਹਨੂੰ ਕਹਿੰਦੇ ਆਪਾਂ ਅਪਲਾਈਡ ਰਿਸਰਚ। ਪਿਓਰ ਜਾਂ ਬੇਸਿਕ ਜਾਂ ਫੰਡਾਮੈਂਟਲ, ਯਾਦ ਰੱਖਣੇ ਨੇ ਤਿੰਨੋਂ ਵਰਡ
ਪਿਓਰ ਰਿਸਰਚ ਜਾਂ ਫੰਡਾਮੈਂਟਲ ਜਾਂ ਬੇਸਿਕ ਰਿਸਰਚ ਕਿਹੜੀ ਹੁੰਦੀ ਹੈ, ਜਦੋਂ ਆਪਾਂ ਕੋਈ ਥਿਊਰੀ ਬਣਾ ਰਹੇ ਹਾਂ, ਨਵੀਂ ਥਿਊਰੀ ਡਿਵੈਲਪ ਕਰ ਰਹੇ ਹਾਂ, ਪਿਓਰ ਹੈ, ਬੇਸਿਕ ਹੈ, ਮੀਨਸ ਆਪਾਂ ਕੀ ਕੋਈ ਥਿਊਰੀ ਇਨਹਾਂਸ ਕਰਨੀ ਹੈ ਜਾਂ ਮੋਡੀਫਿਕੇਸ਼ਨ ਕਰਨੀ ਹੈ ਕਿਸੇ ਥਿਊਰੀ ਦੇ ਵਿੱਚ, ਤਾਂ ਉਦੋਂ ਆਪਾਂ ਪਿਓਰ ਰਿਸਰਚ ਕਰ ਰਹੇ ਹੁੰਦੇ ਹਾਂ। ਜਾਂ ਥਿਊਰੀ ਡਿਵੈਲਪ ਕਰਨੀ ਹੈ ਜਾਂ ਇਨਹਾਂਸ ਕਰਨੀ ਹੈ, ਐਕਸਪਲੇਨ ਕਰਨੀ ਹੈ, ਜ਼ਿਆਦਾ ਮੋਡੀਫਿਕੇਸ਼ਨ ਕਰਨੀ ਹੈ, ਤਾਂ ਉਹਨੂੰ ਆਪਾਂ ਪਿਓਰ ਜਾਂ ਫੰਡਾਮੈਂਟਲ ਰਿਸਰਚ ਕਹਿੰਦੇ ਹਾਂ। ਨੈਕਸਟ ਆਪਣੇ ਕੋਲ ਲੌਜਿਕ ਬੇਸਡ। ਲੌਜਿਕ ਬੇਸਡ ਦੇ ਵਿੱਚ ਡਿਡਕਟਿਵ ਅਤੇ ਇੰਡਕਟਿਵ ਰਿਸਰਚ। ਡਿਡਕਟਿਵ ਜਿਵੇਂ ਨਿਗਮਨ ਵਿਧੀ ਹੁੰਦੀ ਹੈ, ਆਪਾਂ ਕਹਿੰਦੇ ਹਾਂ ਕਿ ਆਪਾਂ ਥਿਊਰੀ ਨੂੰ ਪਹਿਲਾਂ ਆਫਟਰ ਸਟੱਡਿੰਗ ਦਾ ਥਿਊਰੀ, ਪਹਿਲਾਂ ਆਪਾਂ ਥਿਊਰੀ ਨੂੰ ਸਟੱਡੀ ਕਰਦੇ ਹਾਂ, ਰਿਜ਼ਲਟਸ ਨੂੰ ਥਿਊਰੀ ਕਰਦੇ ਹਾਂ, ਫਿਰ ਆਪਾਂ ਆਪਣੇ ਹਾਈਪੋਥੇਸਿਸ ਜਿਹੜੇ ਉਹਨਾਂ ਨੂੰ ਟੈਸਟ ਕਰਦੇ ਹਾਂ, ਜੋ ਵੀ ਆਪਣੀ ਪ੍ਰੋਬਲਮ ਹੁੰਦੀ ਹੈ ਉਹਨੂੰ ਉਹਦੇ ਬੇਸ 'ਤੇ ਆਪਾਂ ਸੋਲਵ ਕਰਦੇ ਹਾਂ। ਜੇ ਇਸ ਤੋਂ ਉਲਟ ਜਿਹੜੀ ਇੰਡਕਟਿਵ ਰਿਸਰਚ ਹੈਗੀ ਆ, ਉਹਦੇ ਵਿੱਚ ਆਪਾਂ ਕੀ ਕਰਦੇ ਹਾਂ, ਪਹਿਲਾਂ ਆਪਾਂ ਪ੍ਰੋਬਲਮ ਦੇਖਦੇ ਹਾਂ, ਓਬਜ਼ਰਵ ਕਰਦੇ ਹਾਂ, ਫਿਰ ਉਹਦੇ ਤੋਂ ਜਨਰਲ ਜਿਹੜਾ ਆਪਾਂ ਕਨਕਲੂਜ਼ਨ ਕੱਢਦੇ ਹਾਂ ਕਿ ਕੀ ਕਾਰਨ ਨੇ ਜਾਂ ਕੁਛ ਵੀ ਆਪਣਾ ਜਨਰਲ ਵਿਊ ਪੁਆਇੰਟ ਬਣਾਉਂਦੇ ਹੈਗੇ, ਤਾਂ ਇੰਡਕਟਿਵ ਰਿਸਰਚ ਹੁੰਦੀ ਹੈ ਇਸ ਟਾਈਪ ਦੀ। ਫਾਰਮੇਸ਼ਨ ਬੇਸਡ ਦੇ ਉੱਪਰ ਕਿ ਫਾਰਮੇਸ਼ਨ ਕਿਵੇਂ ਦੀ ਹੈ, ਰਿਸਰਚ ਜਿਹੜੀ ਪ੍ਰੋਬਲਮ ਹੈ ਤੁਸੀਂ ਰਿਸਰਚ ਸਟੱਡੀ ਕਰ ਰਹੇ ਹੋ, ਉਹਦੀ ਤੁਹਾਡੀ ਫਾਰਮੇਸ਼ਨ ਅਨਸਟਰਕਚਰਡ ਹੈ ਜਾਂ ਸਟਰਕਚਰਡ ਹੈਗੀ। ਅਨਸਟਰਕਚਰਡ ਮੀਨਸ ਕਿ ਪ੍ਰੀ ਡਿਟਰਮਿੰਡ ਤੁਹਾਡਾ ਨਹੀਂ ਹੈਗਾ, ਨੋਟ ਪ੍ਰੀ ਡਿਟਰਮਿੰਡ ਸਿਸਟਮੈਟਿਕ ਜਿਹੜਾ ਤੁਹਾਡਾ ਪਲਾਨ ਆ ਉਹ ਪ੍ਰੀ ਡਿਟਰਮਿੰਡ ਨਹੀਂ ਹੁੰਦਾ ਕਿ ਤੁਸੀਂ ਇਸ ਤਰ੍ਹਾਂ ਡਾਟਾ ਕਲੈਕਟ ਕਰੋਗੇ, ਇਹ ਤੁਸੀਂ ਸੈਂਪਲਿੰਗ ਟੈਕਨੀਕ ਲਗਾਓਗੇ ਅਤੇ ਇਸ ਤਰ੍ਹਾਂ ਦਾ ਤੁਹਾਡਾ ਕੁਐਸ਼ਨੀਅਰ ਹੋਊਗਾ, ਤਾਂ ਕਿੱਦਾਂ ਮਤਲਬ ਕਿ ਇਸ ਤਰ੍ਹਾਂ ਦੀ ਜਦੋਂ ਆਪਾਂ ਮੀਨਸ ਪਲੈਨਿੰਗ ਨਹੀਂ ਕਰਦੇ ਤਾਂ ਉਹਨੂੰ ਆਪਾਂ ਕਹਿੰਦੇ ਹਾਂ ਅਨਸਟਰਕਚਰਡ ਰਿਸਰਚ ਹੈ। ਜਿਵੇਂ ਓਪਨ ਐਂਡਡ ਇੰਟਰਵਿਊਜ਼ ਵਗੈਰਾ ਹੋ ਗਈਆਂ, ਜਿਹਦੇ ਵਿੱਚ ਓਪਨ ਐਂਡਡ ਜਿਹੜੇ ਕੁਐਸ਼ਚਨਸ ਹੁੰਦੇ ਆ ਕਿ ਜਿਵੇਂ ਮੰਨ ਲਓ ਪਹਿਲੇ ਕੁਐਸ਼ਚਨ 'ਤੇ ਬੇਸ 'ਤੇ ਆਪਣਾ ਨੈਕਸਟ ਕੁਐਸ਼ਚਨ ਹੋਊਗਾ, ਫੋਲੋ ਕਰਕੇ ਆਪਾਂ ਪਹਿਲੇ ਕੁਐਸ਼ਚਨ ਨੂੰ ਨੈਕਸਟ ਕੁਐਸ਼ਚਨ ਪੁੱਟ ਕਰਾਂਗੇ, ਤਾਂ ਕਿ ਆਪਾਂ ਉਹਨੂੰ ਪ੍ਰੀ ਪਲਾਨ ਨਹੀਂ ਕਰ ਸਕਦੇ। ਕਿਉਂ ਨਹੀਂ ਕਰ ਸਕਦੇ? ਕਿਉਂਕਿ ਆਪਾਂ ਨੂੰ ਨਹੀਂ ਪਤਾ ਕਿ ਪਹਿਲੇ ਦਾ ਰਿਸਪੌਂਸ ਕਿਵੇਂ ਦਾ ਆਊਗਾ ਅਤੇ ਆਪਾਂ ਨੂੰ ਅੱਗੇ ਕਿਵੇਂ ਪ੍ਰੋਸੀਡ ਕਰਨਾ ਪਊਗਾ। ਬਟ ਇਹ ਕੀ ਆ, ਜ਼ਿਆਦਾਤਰ ਮਤਲਬ ਕਿੱਥੇ ਯੂਜ਼ ਹੁੰਦੀ ਹੈ ਜਿਹੜੀ ਅਨਸਟਰਕਚਰਡ ਰਿਸਰਚ ਹੈ, ਕੁਆਲੀਟੇਟਿਵ ਸਟੱਡੀਜ਼ ਦੇ ਵਿੱਚ। ਇਸ ਦੇ ਉਲਟ ਜਿਹੜੀ ਸਟਰਕਚਰਡ ਰਿਸਰਚ ਹੈ ਉਹ ਕੁਆਂਟੀਟੇਟਿਵ ਦੇ ਵਿੱਚ। ਕੁਆਂਟੀਟੇਟਿਵ ਡਾਟਾ ਕਲੈਕਟ ਕਰਦੇ ਹਾਂ ਜਦੋਂ ਆਪਾਂ ਕੁਆਂਟੀਟੇਟਿਵਲੀ, ਤਾਂ ਉਦੋਂ ਆਪਣਾ ਪ੍ਰੀ ਡਿਟਰਮਾਈਨਡ ਹੁੰਦਾ, ਪ੍ਰੋਪਰਲੀ ਆਪਣਾ ਪਲਾਨ ਕੀਤਾ ਹੁੰਦਾ, ਸਿਸਟਮੈਟਿਕ ਇਨਕੁਆਇਰੀ ਹੁੰਦੀ ਆ। ਕੁਆਂਟੀਟੇਟਿਵ ਰਿਸਰਚ ਦੇ ਵਿੱਚ ਸਟਰਕਚਰਡ ਮੀਨਸ ਪ੍ਰੋਪਰਲੀ ਆਪਾਂ ਨੂੰ ਪਤਾ ਹੁੰਦਾ ਆਪਣੀ ਪਾਪੂਲੇਸ਼ਨ ਕਿਹੜੀ ਆ, ਆਪਾਂ ਸੈਂਪਲ ਕਿਹੜਾ ਲੈਣਾ, ਸੈਂਪਲਿੰਗ ਟੈਕਨੀਕ ਕਿਹੜੀ ਯੂਜ਼ ਕਰਨੀ ਆ, ਡਾਟਾ ਕਲੈਕਸ਼ਨ ਕਿਹੜੇ ਮੈਥਡ ਦੇ ਨਾਲ ਕਰਨਾ, ਕਿਹੜਾ ਕੁਐਸ਼ਨੀਅਰ ਯੂਜ਼ ਕਰਾਂਗੇ ਆਪਾਂ, ਉਹਦੇ ਕੁਐਸ਼ਨ ਵੀ ਪ੍ਰੀ ਡਿਟਰਮਾਈਨ ਪ੍ਰੋਪਰਲੀ ਪਹਿਲਾਂ ਹੀ ਲਿਖੇ ਹੁੰਦੇ ਹੈਗੇ, ਟੂਲ ਦੇ ਕੁਐਸ਼ਨ ਹੈ ਜਿਹੜੇ। ਤਾਂ ਉਸ ਤੋਂ ਬਾਅਦ ਆਪਣੀ ਐਨਾਲਿਸਿਸ ਦੀਆਂ ਟੈਕਨੀਕਸ ਵੀ ਡਿਟਰਮਾਈਨ ਹੁੰਦੀਆਂ ਕਿ ਆਪਾਂ ਇਹ ਟੈਕਨੀਕਸ ਲਗਾ ਕੇ ਇਹ ਵਾਲੀ ਜਿਹੜਾ ਹੈਗਾ ਕੋਈ ਟੈਸਟ ਲਗਾ ਕੇ ਆਪਾਂ ਇਹਦੇ ਰਿਜ਼ਲਟਸ ਕੱਢਾਂਗੇ। ਤਾਂ ਇਹ ਆਪਣਾ ਪੂਰੀ ਸਟਰਕਚਰਡ ਰਿਸਰਚ ਹੁੰਦੀ ਹੈ। ਨੈਕਸਟ ਆਪਣੇ ਕੋਲ ਕੰਸੈਪਟ ਬੇਸਡ, ਕੰਸੈਪਚੁਅਲ ਅਤੇ ਐਮਪੀਰੀਕਲ। ਕੰਸੈਪਚੁਅਲ ਮੀਨਸ ਜਦੋਂ ਆਪਾਂ ਕੋਈ ਕੰਸੈਪਟ ਦੇਣਾ, ਕੋਈ ਨਿਊ ਜਿਹੜਾ ਹੈਗਾ ਕੰਸੈਪਟ ਦੇਣਾ, ਜਾਂ ਫਿਰ ਕੋਈ ਪੁਰਾਣਾ ਕੰਸੈਪਟ ਹੈ, ਪੁਰਾਣੀ ਥਿਊਰੀ ਹੈ, ਉਹਨੂੰ ਆਪਾਂ ਰੀਇੰਟਰਪ੍ਰੇਟ ਕਰਨਾ ਹੈਗਾ, ਕੋਈ ਉਹਦੇ 'ਚ ਐਕਸਪਲੇਨੇਸ਼ਨ ਕਰਕੇ ਜਾਂ ਕੋਈ ਮੋਡੀਫਿਕੇਸ਼ਨ ਕਰਕੇ, ਚੇਂਜਸ ਕਰਕੇ ਆਪਾਂ ਉਹਨੂੰ ਰੀਇੰਟਰਪ੍ਰੇਟ ਕਰਦੇ ਹੈਗੇ ਹਾਂ ਐਗਜ਼ਿਸਟਿੰਗ ਕੰਸੈਪਟਸ ਨੂੰ, ਤਾਂ ਉਹਨਾਂ ਨੂੰ ਆਪਾਂ ਕਹਿੰਦੇ ਹਾਂ ਕੰਸੈਪਚੁਅਲ ਰਿਸਰਚ। ਐਮਪੀਰੀਕਲ ਵਰਡ ਯਾਦ ਰੱਖਣਾ ਕਿ ਐਕਸਪੈਰੀਮੈਂਟਲ ਹੁੰਦਾ ਇਹਦਾ ਮੀਨਿੰਗ। ਐਮਪੀਰੀਕਲ ਮੀਨਸ ਐਕਸਪੈਰੀਮੈਂਟਲ ਜਾਂ ਐਕਸਪੀਰੀਅੰਸ ਬੇਸਡ, ਡਾਇਰੈਕਟ ਆਬਜ਼ਰਵੇਸ਼ਨ ਬੇਸਡ। ਜਦੋਂ ਆਪਾਂ ਖੁਦ ਆਪ ਐਕਸਪੈਰੀਮੈਂਟ ਕਰਦੇ ਹਾਂ, ਕੋਈ ਡਾਇਰੈਕਟ ਆਬਜ਼ਰਵੇਸ਼ਨ ਕਰਦੇ ਹਾਂ, ਤਾਂ ਉਸ ਨੂੰ ਆਪਾਂ ਕਹਿੰਦੇ ਹਾਂ ਐਕਟੀਵਿਟੀ ਬੇਸਡ ਜਾਂ ਐਕਸਪੀਰੀਅੰਸ ਬੇਸਡ ਐਮਪੀਰੀਕਲ ਰਿਸਰਚ। ਨੈਕਸਟ ਆਪਣੇ ਕੋਲ ਪ੍ਰੋਸੈਸ ਬੇਸਡ। ਪ੍ਰੋਸੈਸ ਬੇਸਡ ਦੇ ਵਿੱਚ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਇਹ ਕੁਆਲੀਟੇਟਿਵ, ਕੁਆਂਟੀਟੇਟਿਵ ਅਤੇ ਮਿਕਸਡ ਰਿਸਰਚ। ਕੁਆਲੀਟੇਟਿਵ ਰਿਸਰਚ ਜਿਵੇਂ ਕੁਆਲਿਟੀ ਦੱਸਦੇ ਹਾਂ, ਉਹਦੇ ਵਿੱਚ ਆਪਾਂ ਰਿਸਰਚ ਦਾ ਜਿਹੜਾ ਕੋਈ ਕੁਆਂਟਿਟੀ ਨਹੀਂ ਹੁੰਦੀ ਕਿ ਆਪਾਂ ਇੰਨੇ ਨੰਬਰ ਆਫ ਪੀਪਲ ਤੋਂ ਡਾਟਾ ਕਲੈਕਟ ਕਰਨਾ, ਸਿਸਟਮੈਟਿਕ ਟੈਕਨੀਕ। ਕੁਆਲੀਟੇਟਿਵ ਹੁੰਦੀ ਹੈ ਕਿ ਆਪਾਂ ਭਾਵੇਂ 5 ਕੇਸ ਸਟੱਡੀ ਕੀਤੇ, ਭਾਵੇਂ ਇੱਕ ਕੇਸ 'ਤੇ ਹੀ ਆਪਾਂ ਸਟੱਡੀ ਕਰੀਏ, ਕੇਸ ਸਟੱਡੀ ਟਾਈਪਸ ਕੁਛ ਕਰ ਰਹੇ ਹਾਂ, ਤਾਂ ਇੱਕ ਭਾਵੇਂ ਕੇਸ ਕਰੀਏ ਪਰ ਕੁਆਲਿਟੀ ਉਹਦੇ ਵਿੱਚੋਂ ਆਪਾਂ ਕੀ ਕੱਢਿਆ, ਉਹਦੀ ਰਿਜ਼ਲਟਸ, ਤਾਂ ਉਹਨਾਂ ਨੂੰ ਪੂਰੀ ਪ੍ਰੋਪਰਲੀ ਇੰਟਰਪ੍ਰੇਟ ਕਰਨਾ ਕੁਆਲੀਟੇਟਿਵ ਰਿਸਰਚ ਹੁੰਦੀ ਹੈ। ਡਿਵੈਲਪ ਅੰਡਰਸਟੈਂਡਿੰਗ ਆਫ ਹਿਊਮਨ ਬੀਇੰਗਸ, ਜਿਵੇਂ ਅੰਡਰਸਟੈਂਡਿੰਗ ਪ੍ਰੋਪਰਲੀ ਆਪਾਂ ਕਿਸੇ ਚੀਜ਼ ਦੇ, ਕਿਸੇ ਹਿਊਮਨ ਬੀਇੰਗ ਦਾ ਕੋਈ ਬਿਹੇਵੀਅਰ ਨੋਟ ਕਰਨਾ, ਕਿਸੇ ਦਾ ਕੋਈ ਕਾਰਨ ਜਾਣਨਾ ਹੈ, ਜਿਵੇਂ ਮੰਨ ਲਓ ਸਟਰੈਸ ਦਾ ਜਾਂ ਐਨਜ਼ਾਈਟੀ ਦਾ ਕੋਈ ਰੀਜ਼ਨ ਜਾਣਨਾ, ਕੋਈ ਪ੍ਰੋਪਰਲੀ ਉਹਨਾਂ ਦੀ ਸਾਈਕੋਲੋਜੀ ਦੀ ਸਟੱਡੀ ਕਰਨੀ ਹੈ, ਜਾਂ ਫਿਰ ਜਿਵੇਂ ਡਰੱਗ ਵਗੈਰਾ ਦਾ ਹੁਣ ਇਸ਼ੂ ਬਹੁਤ ਜ਼ਿਆਦਾ ਹੈਗਾ, ਉਹਦੇ ਵਿੱਚ ਆਪਾਂ ਰੀਜ਼ਨਸ ਜਾਣਨੇ ਹੁਣ ਵੀ ਕੋਈ ਕਿਉਂ ਡਰੱਗਸ ਲੈ ਰਿਹਾ ਜਾਂ ਉਹਦੇ ਇਫੈਕਟ ਕੀ ਹੋ ਰਹੇ ਨੇ ਉਹਦੇ 'ਤੇ, ਤਾਂ ਜਿਵੇਂ ਆਪਾਂ ਪ੍ਰੋਪਰਲੀ ਜਾਂ 2-4 ਨੰਬਰ ਆਫ ਕੇਸਿਸ ਲੈ ਸਕਦੇ ਹਾਂ, ਜਾਂ ਫਿਰ ਆਪਾਂ ਇੱਕ ਪ੍ਰੋਪਰ ਵਨ ਇੰਡੀਵਿਜੂਅਲ 'ਤੇ ਵੀ ਕੇਸ ਸਟੱਡੀ ਕਰ ਲਈਏ,
ਤਾਂ ਕੁਆਲੀਟੇਟਿਵ ਰਿਸਰਚ ਹੁੰਦੀ ਹੈ। ਸੋਸ਼ਲ ਸਾਇੰਸਿਸ ਦੇ ਵਿੱਚ ਇਹਦਾ ਜ਼ਿਆਦਾਤਰ ਯੂਜ਼ ਹੁੰਦਾ, ਕਿਉਂਕਿ ਸੋਸ਼ਲ ਸਾਇੰਸਿਸ ਦੇ ਵਿੱਚ ਹੀ ਆਪਾਂ ਮੋਸਟਲੀ ਜਿਹੜੀਆਂ ਰਿਲੇਸ਼ਨਸ਼ਿਪਸ ਨੇ, ਸੋਸ਼ਲ ਰਿਲੇਸ਼ਨਸ਼ਿਪਸ ਨੇ, ਉਹਨਾਂ ਨੂੰ ਸਟੱਡੀ ਕਰਦੇ ਹਾਂ, ਜਾਂ ਜਿਹੜੀ ਸੋਸ਼ਲ ਇਸ਼ੂਜ਼ ਨੇ, ਪ੍ਰੋਬਲਮਸ ਨੇ, ਆਪਾਂ ਉਹਨਾਂ ਨਾਲ ਡੀਲ ਕਰਦੇ ਹਾਂ। ਤਾਂ ਜਿਹੜੀ ਕੁਆਲੀਟੇਟਿਵ ਰਿਸਰਚ ਆ ਉਹ ਮੋਸਟਲੀ ਸੋਸ਼ਲ ਸਾਇੰਸਿਸ ਦੇ ਵਿੱਚ ਯੂਜ਼ ਹੁੰਦੀ ਆ। ਅਤੇ ਇਸ ਦੇ ਉਲਟ ਕੁਆਂਟੀਟੇਟਿਵ ਹੈ, ਜਿਵੇਂ ਕੁਆਂਟੀਟੇਟਿਵ ਦੇ ਵਿੱਚ ਕੀ ਹੁੰਦਾ ਕਿ ਡਾਟਾ ਬੇਸਡ ਹੈ, ਨੰਬਰ ਬੇਸਡ ਹੈ, ਨੂਮੈਰੀਕਲ ਫਾਰਮ ਦੇ ਵਿੱਚ ਆਪਾਂ ਡਾਟਾ ਕਲੈਕਟ ਕਰਦੇ ਹਾਂ, ਉਹਦੇ 'ਤੇ ਸਟੈਟਿਸਟੀਕਲ ਟੈਕਨੀਕਸ ਲਗਾ ਕੇ ਆਪਾਂ ਰਿਜ਼ਲਟਸ ਜਿਹੜੇ ਉਹ ਇੰਟਰਪ੍ਰੇਟ ਕਰ ਦਿੰਦੇ ਹਾਂ। ਇਹਦੇ ਵਿੱਚ ਲਾਰਜ ਡਾਟਾ ਹੋ ਸਕਦਾ। ਅਤੇ ਕੁਆਂਟੀਟੇਟਿਵ ਸਟੱਡੀ ਜ਼ਿਆਦਾਤਰ ਜਿਵੇਂ ਇਕਨੋਮਿਕਸ ਦੇ ਵਿੱਚ ਯੂਜ਼ ਹੋ ਸਕਦੀ ਹੈ, ਕਿ ਆਪਣੇ ਕਸਟਮਰਸ ਦਾ ਬਿਹੇਵੀਅਰ ਜਾਂ ਕੁਛ ਉਹਨਾਂ ਦੀ ਡਿਮਾਂਡਸ ਵਗੈਰਾ ਨੋਟ ਕਰਨੀਆਂ, ਜਾਂ ਕਿਸੇ ਪ੍ਰੋਡਕਟ ਦੀ ਆਪਾਂ ਦੇਖਣਾ ਕਿ ਡਿਮਾਂਡ ਕਿੰਨੀ ਹੈ, ਜਾਂ ਪਰਚੇਜ ਮਾਰਕੀਟਿੰਗ, ਇੱਦਾਂ ਦੀਆਂ ਚੀਜ਼ਾਂ ਦੇ ਵਿੱਚ ਆਪਾਂ ਕੁਆਂਟੀਟੇਟਿਵ ਜਿਹੜੀ ਉਹ ਰਿਸਰਚ ਪ੍ਰੈਫਰ ਕਰਦੇ ਹਾਂ। ਮਿਕਸਡ ਰਿਸਰਚ, ਇਹਦਾ ਇੱਕ ਅਨਦਰ ਨੇਮ ਹੈ ਜਿਹੜਾ ਉਹ ਤੁਸੀਂ ਨੋਟ ਕਰ ਲੈਣਾ ਕਿ ਮਿਕਸਡ ਰਿਸਰਚ ਨੂੰ ਆਪਾਂ ਟ੍ਰਾਇੰਗੂਲਰ ਰਿਸਰਚ ਵੀ ਕਹਿੰਦੇ ਹਾਂ। ਟ੍ਰਾਇੰਗੂਲਰ ਮੀਨਸ ਜਦੋਂ ਆਪਾਂ ਮਿਕਸਡ ਦੋਨੇ ਕੁਆਲੀਟੇਟਿਵ ਅਤੇ ਕੁਆਂਟੀਟੇਟਿਵ ਦੋਨਾਂ ਚੀਜ਼ਾਂ ਨੂੰ ਇੰਟੀਗ੍ਰੇਟ ਕੀਤਾ, ਮਿਕਸ ਕਰਕੇ ਯੂਜ਼ ਕੀਤਾ। ਕੁਆਂਟੀਟੇਟਿਵ ਦੇ ਨਾਲ ਆਪਾਂ ਇੰਟੀਗ੍ਰੇਟ ਕੀਤਾ ਕੁਆਲੀਟੇਟਿਵ ਨੂੰ, ਬਲੈਂਡ ਕਰਕੇ ਦੋਨਾਂ ਚੀਜ਼ਾਂ ਨੂੰ ਆਪਾਂ ਯੂਜ਼ ਕੀਤਾ, ਤਾਂ ਮਿਕਸਡ ਕਹਿ ਸਕਦੇ ਹਾਂ ਉਹਨੂੰ ਆਪਾਂ, ਜਾਂ ਟ੍ਰਾਇੰਗੂਲਰ ਰਿਸਰਚ ਕਹਿ ਸਕਦੇ ਹਾਂ। ਅਤੇ ਕੀ ਹੋ ਸਕਦਾ ਇਹਦੇ ਵਿੱਚ, ਜਿਵੇਂ ਆਪਾਂ ਪਹਿਲਾਂ ਕੁਆਂਟੀਟੇਟਿਵ ਸਟੱਡੀ ਕਰ ਲਿਆ, ਉਹਦੇ ਵਿੱਚ ਕੁਛ ਆਪਾਂ ਨੂੰ ਐਕਸਟ੍ਰੀਮ ਕੇਸਿਸ ਮਿਲੇ ਕਿ ਆਪਾਂ ਨੂੰ ਲੱਗਿਆ ਵੀ ਇਹ ਇਸ ਤਰ੍ਹਾਂ ਕਿਉਂ ਬਿਹੇਵੀਅਰ ਹੈਗਾ, ਜਾਂ ਕੋਈ ਆਪਣੀ ਸਟੱਡੀ ਨਾਲੋਂ ਅਪੋਜਿਟ ਕੋਈ ਬਿਹੇਵੀਅਰ ਦਿਖਾ ਰਹੇ ਨੇ ਕੁਛ ਇਸ ਤਰ੍ਹਾਂ ਦੇ, ਉਹਨਾਂ ਕੇਸਿਸ ਨੂੰ ਫਿਰ ਆਪਾਂ ਕੁਆਲੀਟੇਟਿਵਲੀ ਸਟੱਡੀ ਕਰ ਲਈਏ। ਮੰਨ ਲਓ ਪਰਸਨਲੀ ਉਹਨਾਂ ਨੂੰ ਆਪਾਂ ਫਿਰ ਇੰਟਰਵਿਊ ਵਗੈਰਾ ਕਰਕੇ ਜਿਵੇਂ ਸਟੱਡੀ ਕਰ ਲਈਏ, ਤਾਂ ਇਸ ਤਰ੍ਹਾਂ ਦੀ ਰਿਸਰਚ ਹੁੰਦੀ ਹੈ ਜਿਹਦੇ ਵਿੱਚ ਆਪਾਂ ਦੋਨੋਂ ਮੈਥਡਸ ਨੂੰ ਯੂਜ਼ ਕਰਦੇ ਹਾਂ। ਉਹਨੂੰ ਆਪਾਂ ਕਹਿੰਦੇ ਹਾਂ ਮਿਕਸਡ ਰਿਸਰਚ, ਕੁਆਂਟੀਟੇਟਿਵ ਪਲੱਸ ਕੁਆਲੀਟੇਟਿਵ। ਨੈਕਸਟ ਹੈ ਆਪਣੇ ਕੋਲ ਨੇਚਰ ਬੇਸਡ। ਨੇਚਰ ਬੇਸਡ ਦੇ ਵਿੱਚ ਇੰਟਰਡਿਸਿਪਲਿਨਰੀ ਅਤੇ ਮਲਟੀ ਡਿਸਿਪਲਿਨ। ਇੰਟਰਡਿਸਿਪਲਿਨ ਦੇ ਵਿੱਚ ਕੀ ਹੁੰਦਾ ਕਿ ਜਦੋਂ ਆਪਾਂ ਇੰਟੀਗ੍ਰੇਟ ਕਰਦੇ ਹੈਗੇ ਇਨਫੋਰਮੇਸ਼ਨ, ਡਾਟਾ, ਟੂਲਸ, ਟੈਕਨੀਕਸ, ਰਿਸਰਚ ਦੀਆਂ ਕੰਸੈਪਟ ਜਾਂ ਥਿਊਰੀਜ਼ ਫਰੋਮ 2 or more ਸਬਜੈਕਟ, ਇੱਥੇ ਸਬਜੈਕਟਸ ਨਹੀਂ ਆਏਗਾ, ਮੋਰ ਡਿਸਿਪਲਿਨਸ ਆਏਗਾ, ਕਿ ਜਦੋਂ ਆਪਾਂ 2 ਜਾਂ 2 ਤੋਂ ਜ਼ਿਆਦਾ ਡਿਸਿਪਲਿਨ, ਇੱਕੋ ਮੀਨਸ ਸਬਜੈਕਟ ਦੇ ਵਿੱਚੋਂ ਜ਼ਿਆਦਾ ਡਿਸਿਪਲਿਨਸ ਨੂੰ ਜਦੋਂ ਆਪਾਂ ਸਟੱਡੀ ਕਰਦੇ ਹੈਗੇ ਹਾਂ, ਉੱਥੇ ਆਪਣੇ ਕੋਲ ਇੰਟਰਡਿਸਿਪਲਿਨਰੀ ਰਿਸਰਚ ਬਣ ਜਾਏਗਾ। ਮਲਟੀ ਡਿਸਿਪਲਿਨਰੀ ਦੇ ਵਿੱਚ ਜਦੋਂ ਆਪਾਂ 2 ਜਾਂ 2 ਤੋਂ ਜ਼ਿਆਦਾ ਸਬਜੈਕਟਸ ਨੂੰ, ਉਹਨਾਂ ਦੇ ਟੂਲਸ ਨੂੰ, ਉਹਨਾਂ ਦੀਆਂ ਟੈਕਨੀਕਸ ਨੂੰ, ਇਨਫੋਰਮੇਸ਼ਨ ਨੂੰ ਜਾਂ ਥਿਊਰੀ ਨੂੰ ਆਪਾਂ ਜਦੋਂ ਬਲੈਂਡ ਕਰਦੇ ਹੈਗੇ, ਉਦੋਂ ਆਪਣੇ ਕੋਲ ਉਹ ਆ ਜਾਂਦੀ ਆ ਮਲਟੀ ਡਿਸਿਪਲਿਨਰੀ ਰਿਸਰਚ। ਨੈਕਸਟ ਆਪਣੇ ਟੌਪਿਕ ਹੈਗਾ ਕਰੈਕਟਰਿਸਟਿਕਸ ਆਫ ਰਿਸਰਚ। ਇਹਨੂੰ ਆਪਾਂ ਨੈਕਸਟ ਵੀਡੀਓ ਦੇ ਵਿੱਚ ਕਵਰ ਕਰਾਂਗੇ। ਥੈਂਕ ਯੂ। ਜੇ ਤੁਹਾਨੂੰ ਵੀਡੀਓ ਪਸੰਦ ਆ ਰਹੀ ਹੈ ਤਾਂ ਇਹਨੂੰ ਲਾਈਕ ਅਤੇ ਸਬਸਕ੍ਰਾਈਬ ਕਰ ਲੈਣਾ ਚੈਨਲ ਨੂੰ, ਅਤੇ ਅੱਗੇ ਫਰੈਂਡਸ ਨਾਲ ਵੀਡੀਓ ਸ਼ੇਅਰ ਕਰ ਦੇਣਾ। ਥੈਂਕ ਯੂ ਸੋ ਮੱਚ।